ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੂੰ ਚੌ ਸੱਜਣ ਮੇਂਡਿਆ ਦੇਈ ਸਿਸ ਉਤਾਰ, ਨੈਣ ਮਹਿੰਦੇ ਤਰਸਦੇ ਕਦ ਪਸੀਂ ਦੀਦਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵਹਿ ਤਿਉ ਨਾਨਕ ਦਾਸ ਬੋਲੈ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ, ਸਤਿਕਾਰ ਸਨਮਾਨਯੋਗ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਾਹਿਬ ਕਮਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਨੇ ਕੀਤੀ ਹੈ। ਜੋ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸੰਗਤਾਂ ਬੜੇ ਪਿਆਰ ਸਤਿਕਾਰ ਸਹਿ ਸਰਵਣ ਕਰ ਰਹੇ ਹੋ। ਕੱਲ 10 ਨੰਬਰ ਪੌੜੀ ਤੱਕ ਸਤਿਗੁਰੂ ਦੀ ਕਿਰਪਾ ਨਾਲ ਵਿਚਾਰ ਹੋਈ ਸੀ। ਸੋ ਆਓ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸਤਿਗੁਰੂ ਬਖਸ਼ਿਸ਼ ਕਰਕੇ ਜਿੰਨੀ ਕੁ ਵਿਚਾਰ ਕਰਵਾਉਂਦੇ ਨੇ ਉੱਦਾਂ ਆਪਾਂ ਕਰਕੇ ਲਾਹਾ ਲਈਏ। ਮਹਾਰਾਜ 11 ਨੰਬਰ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ। ਨਮਸਤੰ ਨਿਰਨਾਮੇ, ਨਮਸਤੰ ਕਹੀਏ ਨਮਸਕਾਰ, ਨਿਰਨਾਮੇ ਨਿਰ ਬਿਨਾ ਨਾਮੇ, ਨਾਮ ਤੋਂ ਬਿਨਾ ਜੋ ਵਾਹਿਗੁਰੂ ਪਰਮੇਸ਼ਰ ਹਨ। ਵਾਸਤਵ ਵਿੱਚ ਉਹਨਾਂ ਦਾ ਕੋਈ ਨਾਮ ਨਹੀਂ, ਉਹ ਜੋਤ ਰੂਪ ਪ੍ਰਕਾਸ਼ ਰੂਪ ਹਨ, ਨਾਮ ਤੋਂ ਰਹਿਤ ਹਨ। ਅਸੀਂ ਨਾਮ ਰੱਖਦੇ ਸੰਸਾਰ ਤੇ ਹਰੇਕ ਚੀਜ਼ ਦਾ ਨਾਮ ਰੱਖਿਆ ਹੋਇਆ। ਉਹ ਚੀਜ਼ਾਂ ਬਹੁਤੀਆਂ ਕਰਕੇ ਇਸ ਨੂੰ ਨਾਮ ਰੱਖਣਾ ਪੈਂਦਾ। ਉਹ ਪਰਮਾਤਮਾ ਇੱਕ ਹੀ ਕਰਕੇ ਨਾਮ ਦੀ ਲੋੜ ਨਹੀਂ। ਇਹ ਨਾਮ ਤੋਂ ਰਹਿਤ ਵਾਹਿਗੁਰੂ ਤੁਹਾਨੂੰ ਨਮਸਕਾਰ। ਨਮਸਤੰ ਨਿਰਕਾਮੇ, ਕਾਮੇ ਹੁੰਦਾ ਕਾਮਨਾ ਤੋਂ ਰਹਿਤ ਨੇ ਵਾਹਿਗੁਰੂ ਪਰਮੇਸ਼ਰ। ਇਹ ਕਾਮਨਾ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ ਹੈ। ਕਾਮੇ ਹੁੰਦੇ ਵਿਸ਼ੇ ਵਿਕਾਰ ਆਦਿਕ ਤੋਂ ਤੁਸੀਂ ਰਹਿਤ ਹੋ, ਕਾਮ ਆਦਿਕ ਤੋਂ ਰਹਿਤ ਹੋ, ਤੁਹਾਨੂੰ ਨਮਸਕਾਰ। ਨਮਸਤੰ ਨਿਰਧਾਤੇ, ਧਾਤ ਹੁੰਦੀ ਮਾਇਆ, ਧਾਤੂ ਤੋਂ ਬਣਿਆ ਸ਼ਬਦ ਧਾਤ ਮਾਇਆ। ਨਿਰਧਾਤੇ ਵਾਹਿਗੁਰੂ ਪਰਮੇਸ਼ਰ, ਤੁਸੀਂ ਮਾਇਆ ਤੋਂ ਨਿਰਲੇਪ ਹੋ, ਮਾਇਆ ਤੋਂ ਰਹਿਤ ਹੋ। ਅਸੀਂ ਸਾਰੇ ਮਾਇਆ ਧਾਰੀ ਹਾਂ, ਮਾਇਆ ਦਾ ਪਾਹ ਹੈ ਸਾਨੂੰ।
क्योंकि माया ममता मोहनी जिन विण दंता जग खाया, मनमुख खाधे गुरमुख उभरे जिनी सच नाम चित लाया। ਅੱਗੇ ਜਾ ਕੇ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਅਸੀਂ ਸਾਰੇ ਮਾਇਆ ਦੇ ਪ੍ਰਭਾਵ ਦੇ ਅਧੀਨ ਹਾਂ। ਸਾਨੇ ਪਾਤਸ਼ਾਹ ਜੀ ਨੂੰ ਇਹ ਕਹਿਣਾ ਪਿਆ ਕਿ ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਦਾ ਅਰਥ ਵੀ ਹੈ ਮਾਇਆ ਤੋਂ ਰਹਿਤ ਨਿਰਅੰਜਨ। ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ। ਮਾਇਆ ਕਾਲੀ ਹੈ, ਜਿਹਦੇ 'ਤੇ ਵਰਤ ਜਾਂਦੀ ਹੈ ਉਹਦੇ ਹਿਰਦਿਆਂ ਨੂੰ ਕਾਲੇ ਕਰ ਦਿੰਦੀ ਹੈ, ਉਹਦੀ ਬੁੱਧੀ ਨੂੰ, ਮਨ ਨੂੰ, ਉਹਦੇ ਬੋਲਾਂ ਨੂੰ ਕਾਲਖ ਲਾ ਦਿੰਦੀ। ਇਸ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਮਾਇਆ ਤੋਂ ਰਹਿਤ ਹਨ, ਨਿਰਲੇਪ ਹਨ। ਮਾਇਆ ਤੋਂ ਬਿਨਾਂ ਹੋਣ ਕਰਕੇ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ। ਨਮਸਤੰ ਨਿਰਘਾਤੇ, ਨਿਰਘਾਤੇ ਘਾਤ ਤੋਂ ਰਹਿਤ, ਨਾਸ਼ ਹੋਣ ਤੋਂ ਰਹਿਤ। ਪਰਮੇਸ਼ਰ ਨੂੰ ਕੋਈ ਨਹੀਂ ਨਾਸ਼ ਕਰ ਸਕਦਾ। ਜਿਹੜੇ ਨਾਸ਼ ਕਰਨ ਵਾਸਤੇ ਆਏ ਉਹ ਆਪਣਾ ਹੀ ਨਾਸ਼ ਕਰਵਾ ਕੇ ਬਹਿ ਗਏ। ਵਾਹਿਗੁਰੂ ਨੂੰ ਨਹੀਂ ਕੋਈ ਖਤਮ, ਪਰਮੇਸ਼ਰ ਨੂੰ ਖਤਮ ਕਰ ਸਕਦਾ। ਰੱਬ ਦੇ ਪਿਆਰਿਆਂ ਨੂੰ ਉਹਨਾਂ ਦਾ ਨਾਮ ਹਮੇਸ਼ਾ ਹੀ ਰਹਿੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਉਹ ਵਾਹਿਗੁਰੂ ਪਰਮੇਸ਼ਰ ਨਾਸ਼ ਤੋਂ ਰਹਿਤ ਨੇ, ਤਾਂ ਕਰਕੇ ਉਹਨਾਂ ਨੂੰ ਨਮਸਕਾਰ ਜੀ। ਮਹਾਰਾਜ ਦੱਸਦੇ ਨੇ ਨਾਮਾਂ ਦਾ ਕਥਨ ਕਰਕੇ, ਇਵੇਂ ਸਾਡੇ ਵਾਂਗੂ ਨਹੀਂ ਵੀ ਜਿਹੜਾ ਦੇਖਿਆ ਉਹਨੇ ਮੱਥਾ ਟੇਕ ਲਓ, ਜਿਹੜਾ ਦੇਖਿਆ ਉਹਨੂੰ ਮੱਥਾ ਟੇਕ ਲਓ। ਮਾਇਆ ਵਿੱਚ ਦੇ ਅਧੀਨ ਜੀਵਾਂ ਨੂੰ ਮੱਥਾ ਟੇਕੀ ਜਾਂਦੇ। ਹਾਂ, ਕੋਈ ਬ੍ਰਹਮ ਗਿਆਨੀ ਹੋਵੇ ਤਤ ਵੇਤਾ, ਮਾਇਆ ਤੋਂ ਨਿਰਲੇਪ ਹੋਵੇ, ਉਹਦੀ ਸੰਗਤ ਕਰਨੀ ਚੰਗੀ ਹੈ। ਨਮਸਤੰ ਨਿਰਧੂਤੇ, ਧੂਤੇ ਧੂ ਕੇ ਅੱਗੇ ਪਿੱਛੇ ਕਰਨਾ, ਹਿੱਲਣਾ ਭਾਵ ਵਾਹਿਗੁਰੂ ਤੁਸੀਂ ਨਿਰਧੂਤੇ ਹਿੱਲਣ ਤੋਂ ਰਹਿਤ ਹੋ, ਨਾ ਹਿੱਲਣ ਵਾਲੇ ਹੋ। ਤਾਂ ਆਪ ਜੀਆਂ ਨੂੰ ਨਮਸਕਾਰ ਹੈ। ਨਮਸਤੰ ਅਭੂਤੇ, ਨਮਸਕਾਰ ਹੈ ਇਹ ਪੰਜਾਂ ਤੱਤਾਂ ਤੋਂ ਰਹਿਤ ਸਤਿਗੁਰੂ। ਪਿੱਛੇ ਵੀ ਆਇਆ ਸ਼ਬਦ, ਤੁਸੀਂ ਪੰਜਾਂ ਤੱਤਾਂ ਤੋਂ ਰਹਿਤ ਹੋ। ਜਿਵੇਂ ਆਪਾਂ ਸਾਰੇ ਪੰਜਾਂ ਤੱਤਾਂ ਦੇ ਬਣੇ, ਸਰੀਰ ਸਾਡੇ ਬਣੇ। ਵਾਹਿਗੁਰੂ ਪ੍ਰਕਾਸ਼ ਰੂਪ ਜੋਤ ਰੂਪ ਨੇ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ। ਉਹ ਨਿਰਆਕਾਰ ਹਨ, ਉਹਦਾ ਕੋਈ ਆਕਾਰ ਨਹੀਂ ਹੈ ਉਹਨਾਂ ਦਾ। ਭਾਵ ਪੰਜਾਂ ਤੱਤਾਂ ਦਾ ਉਹਨਾਂ ਦਾ ਆਕਾਰ ਨਹੀਂ ਬਣਿਆ ਹੋਇਆ। ਤਾਂਹੀਓ ਤਾਂ ਨਮਸਕਾਰ ਕਰਦੇ ਹਾਂ। ਨਮਸਤੰ ਅਲੋਕੇ, ਨਮਸਤੰ ਹੁੰਦਾ ਨਮਸਕਾਰ, ਲੋਕੇ ਹੁੰਦਾ ਦੇਖਣਾ। ਜਿਵੇਂ ਸ਼ਬਦ ਨਹੀਂ ਆਇਆ ਇੱਕ, ਚਤੁਰਦਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਕ ਅਵਲੋਕਨ ਕੀਨੋ, ਅਵਲੋਕਨ ਕੀਨੋ ਦਾਸ ਕਾ ਦੁੱਖ ਉਦਾਰਿਓ। ਇਹ ਹੁੰਦਾ ਅਵਲੋਕਨ ਕੀਨੋ, ਵੀ ਦੇਖਣਾ। ਇਹ ਹੈ ਅਲੋਕੇ। ਤੁਸੀਂ ਨਹੀਂ ਦੇਖੇ ਜਾ ਸਕਦੇ, ਅਲੋਕੇ ਹੋ ਤੁਸੀਂ। ਤੁਹਾਨੂੰ ਕੋਈ ਦੇਖ ਨਹੀਂ ਸਕਦਾ। ਤੁਹਾਡੀ ਮਰਜ਼ੀ ਹੈ ਤਾਂ ਪ੍ਰਗਟ ਹੋ ਕੇ ਸਾਕਸ਼ ਰੂਪ ਹੋ ਕੇ ਦਰਸ਼ਨ ਵੀ ਦੇ ਦਿਓ। ਤੁਹਾਡੀ ਮਰਜ਼ੀ ਹੈ ਨਾ ਦਿਓ। ਤੁਸੀਂ ਦੇਖੇ ਨਹੀਂ, ਆਪਣੇ ਜ਼ੋਰ ਨਾਲ ਨਹੀਂ ਅਸੀਂ ਤੁਹਾਨੂੰ ਦੇਖ ਸਕਦੇ। ਅਨੁਭਵ ਕੀਤੇ ਜਾਂਦੇ ਨੇ। ਨਮਸਤੰ ਅਸੋਕੇ, ਉਹ ਸ਼ੋਕ ਤੋਂ ਰਹਿਤ ਨੇ। ਕੱਲ੍ਹ ਵੀ ਸ਼ਾਇਦ ਸ਼ਬਦ ਆਇਆ ਸੀ, ਸਾਨੂੰ ਸ਼ੋਕ ਪੈ ਜਾਂਦੇ ਨੇ, ਸਾਡਾ ਮੂੰਹ ਹੋਰ ਹੀ ਹੋ ਜਾਂਦਾ, ਚਿਹਰਾ ਹੋਰ ਹੀ ਹੋ ਜਾਂਦਾ, ਚਿੰਤਾ ਡੁੱਬ ਜਾਂਦੇ ਹਾਂ ਕਿ ਇਹੋ ਜਿਹੇ ਭਿਆਨਕ ਸਮੇਂ ਆਏ। ਉਹਨਾਂ ਨੇ ਸਰੀਰ ਤਿਆਗ ਦਿੱਤਾ, ਬਚੇ ਨਹੀਂ, ਮਰ ਗਏ, ਖਤਮ ਹੋ ਗਏ। ਇੰਨਾ ਸ਼ੋਕ ਪੈ ਜਾਂਦਾ ਅੰਦਰ। ਪਰ ਪਰਮਾਤਮਾ ਸ਼ੋਕ ਤੋਂ ਰਹਿਤ ਨੇ। ਕਲਗੀਧਰ ਪਾਤਸ਼ਾਹ ਜੀ ਜਦ ਦਮਦਮਾ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ, ਮਾਤਾ ਸੁੰਦਰ ਕੌਰ ਜੀ ਨੇ ਆ ਕੇ ਸੰਗਤ ਵੱਲ ਦੇਖਿਆ ਕਿ ਲਾਲ ਨਹੀਂ ਦਿੰਦੇ। ਪਾਤਸ਼ਾਹ ਨੂੰ ਪੁੱਛਿਆ ਲਾਲ ਕਿੱਥੇ ਨੇ? ਪਾਤਸ਼ਾਹ ਨੇ ਜੋ ਸੰਗਤ ਬੈਠੀ ਸੀ ਉਹਨਾਂ ਵੱਲ ਹੱਥ ਕਰਕੇ ਕਿਹਾ, ਆਹ ਦੇਖੋ ਕਿੰਨੇ ਬੈਠੇ, ਲਾਲ ਹੀ ਨੇ ਤੁਹਾਡੇ। ਦੱਸਿਆ ਕਿ ਉਹ ਸ਼ਹੀਦ ਹੋ ਗਏ। ਵਿਚਾਰ ਮੂਏ ਤੋਂ ਕਿਆ ਹੁਆ,
ਜੀਵਤ ਕਈ ਹਜ਼ਾਰ ਆ ਆਪਣੇ ਬੱਚੇ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਇਹ ਸਾਡੇ ਪੁੱਤਰ ਨੇ, ਅਸੀਂ ਬਣਦੇ ਆ ਕਲਗੀਧਰ ਦੇ, ਅਸੀਂ ਆਪਣੇ ਮਤਲਬ ਨੂੰ ਆਉਣੇ ਆ ਗੁਰੂ ਘਰ 'ਚ। ਪਾਤਸ਼ਾਹ ਜੀ ਦੇ ਬਚਨ ਨਹੀਂ ਅਸੀਂ ਮੰਨਦੇ। ਉਹਨਾਂ ਨੂੰ ਕੋਈ ਸ਼ੌਕ ਨਹੀਂ ਹੁੰਦਾ, ਉਹ ਤਾਂ ਸਦਾ ਆਨੰਦ ਵਿੱਚ ਰਹਿੰਦੇ ਨੇ। ਨਮਸਤੰ ਨਿਰਤਾਪੇ, ਤਾਪ ਹੁੰਦਾ ਜਿਵੇਂ ਬੁਖਾਰ ਜਾਂ ਤਾਪ ਹੁੰਦਾ ਦੁੱਖ ਰੋਗ ਨੇ ਜਿਹੜੇ, ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਦੁੱਖ ਤੋਂ ਰਹਿਤ ਹਨ, ਤਾਂ ਉਹਨਾਂ ਨੂੰ ਨਮਸਕਾਰ। ਨਮਸਤੰ ਅਥਾਪੇ, ਉਹ ਥਾਪੇ ਨਹੀਂ ਜਾਂਦੇ, ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਥਾਪਣ ਯੋਗ ਨਹੀਂ, ਕੋਈ ਨਹੀਂ ਉਹਨਾਂ ਨੂੰ ਥਾਪ ਸਕਦਾ। ਉਹ ਤਾਂ ਆਪਣੇ ਆਪ ਤੋਂ ਸੁਤੇ ਸਹਿਪੰਗ ਪ੍ਰਕਾਸ਼ ਨੇ, ਆਪਣੇ ਆਪ ਤੋਂ ਪ੍ਰਕਾਸ਼ ਨੇ, ਸੁਤੇ ਸਤ ਪ੍ਰਕਾਸ਼ ਨੇ। ਤੁਸੀਂ ਥਾਪਣਾ ਤੋਂ ਰਹਿਤ ਹੋ ਤਾਂ ਤੁਹਾਨੂੰ ਨਮਸਕਾਰ ਕਰਦੇ ਹਾਂ ਅਸੀਂ। ਨਮਸਤੰ ਤਿਰਮਾਨੇ, ਤਿਰਮਾਨੇ ਤਿੰਨਾਂ ਲੋਕਾਂ 'ਚ ਮਾਨੇ ਮੰਨੇ ਜਾਂਦੇ। ਵਾਹਿਗੁਰੂ ਤੁਸੀਂ ਤਿੰਨਾਂ ਲੋਕਾਂ ਵਿੱਚ ਮੰਨੇ ਜਾਂਦੇ ਆ, ਜਾਂ ਤ੍ਰੈ ਹੁੰਦਾ ਤਿੰਨ ਕਾਲ ਨੇ, ਸਮੇਂ ਜਿਹੜੇ ਲੰਘ ਗਿਆ, ਜਿਹੜਾ ਇੱਕ ਵਰਤਮਾਨ, ਇੱਕ ਭੂਤ ਕਾਲ ਲੰਘਿਆ, ਇੱਕ ਹੁੰਦਾ ਜਿਹੜਾ ਭਵਿੱਖ ਕਾਲ। ਤਿੰਨ ਹੀ ਜਿਹੜੇ ਕਾਲ ਨੇ, ਸਮੇਂ ਨੇ, ਉਹਨਾਂ ਸਾਰਿਆਂ ਦੀ ਮੰਨੀ। ਤੇ ਪਿਛਲੇ ਸਮੇਂ 'ਚ ਵੀ ਤੁਸੀਂ ਮੰਨੇ ਜਾਂਦੇ ਸੀ, ਹੁਣ ਵੀ ਤੁਹਾਡੀ ਮਾਨਤਾ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਮੰਨਣ ਯੋਗੀ ਮਾਨਯੋਗ ਹੀ ਰਹਿਣਾ। ਤਾਂ ਕਰਕੇ ਤੁਹਾਨੂੰ ਨਮਸਕਾਰ। ਨਮਸਤੰ ਨਿਧਾਨੇ, ਮਹਾਰਾਜ ਤੁਹਾਨੂੰ ਨਮਸਕਾਰ ਹੈ। ਤੁਸੀਂ ਨਿਧਾਨੇ 9 ਨਦੀਆਂ ਦੇ ਘਰ ਹੋ, ਖਜ਼ਾਨੇ ਹੋ, ਤਾਂ ਤੁਹਾਨੂੰ ਨਮਸਕਾਰ ਕਰਦੇ। ਤੁਹਾਡੀ ਸੇਵਾ ਕੀਤੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰੀਏ, ਬਾਣੀ ਪੜ੍ਹੀਏ ਬੈਕ ਪਾਤਸ਼ਾਹ ਜੀ ਦੇ ਕੋਲੇ, ਫਿਰ 9 ਨਦੀਆਂ 18 ਸਿੱਧੀਆਂ ਦੀ ਦਾਤ ਮਿਲ ਜਾਂਦੀ ਹੈ, ਇਹ ਆ ਜਾਂਦੀਆਂ। ਹਾਲਾਂਕਿ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਪਿੱਛੇ ਹੋਰ 9 ਨਿਧੀ 18 ਸਿੱਧੀ ਲੱਗੇ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਇੱਕ ਸ਼ਬਦ ਲਿਵ ਲਾਏ, 9 ਨਿਧੀ 18 ਹੈ ਸਿੱਧੀ ਪਿੱਛੇ ਫਿਰੀਆਂ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੌਰ ਸਾਹਿਬ ਕਰੋ, ਗੁਰੂ ਸਾਹਿਬ ਦੀ ਸੇਵਾ ਕਰੋ, ਗੁਰੂ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਸਾਹਿਬ ਦੇ ਕੋਲੇ ਆ ਕੇ ਬੈਠੋ, ਗੁਰੂ ਗ੍ਰੰਥ ਸਾਹਿਬ ਦੇ ਕੋਲੇ ਪਿਆਰ ਕਰੋ, ਪ੍ਰੇਮ ਕਰੋ। ਵੇਖੋ ਤਾਂ ਕਿੰਨੀਆਂ ਬਰਕਤਾਂ ਵਰਤਦੀਆਂ। ਮੂਲ ਮੰਤਰ ਦਾ ਜਾਪ, ਗੁਰਮੰਤਰ ਦਾ ਜਾਪ, ਫਿਰ ਸਤਿਗੁਰੂ ਜੀ ਕਿੰਨੀਆਂ ਬਖਸ਼ਿਸ਼ਾਂ ਕਰਦੇ ਨੇ, ਕਿੰਨੀਆਂ ਰਹਿਮਤਾਂ ਕਰਦੇ ਨੇ। ਉਹ ਤਾਂ ਬਹੁਤ 9 ਨਦੀਆਂ ਦੇ ਘਰ ਨੇ, ਖਜ਼ਾਨੇ ਨੇ, ਇਸ ਕਰਕੇ ਉਹਨਾਂ ਨੂੰ ਨਮਸਕਾਰ ਹੈ। ਬਸ ਸਾਨੂੰ ਲੋੜ ਹੈ ਵੀ ਪ੍ਰੇਮ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ, ਉਹਦੀ ਸੰਗਤ ਨਾਲ ਪ੍ਰੇਮ ਕਰੀਏ। ਇੱਥੇ ਸਤਿਗੁਰੂ ਦਾ ਸਤਿਕਾਰ ਕਰਨਾ, ਸੰਗਤ ਦਾ ਸਤਿਕਾਰ ਵੀ ਕਰਨਾ। ਹਾਂ, ਇਹ ਫਿਰ ਕਿਰਪਾ ਹੁੰਦੀ। ਤਾਂ ਕਰਕੇ ਨਮਸਕਾਰ। ਨਮਸਤੰ ਅਗਾਹੇ, ਤੁਸੀਂ ਮਹਾਰਾਜ ਅਥਾਹ ਹੋ, ਤੁਹਾਡਾ ਗਾਹ ਅੰਤ ਨਹੀਂ ਪਾਇਆ ਜਾ ਸਕਦਾ। ਕਿੱਡੇ ਕੁ ਵੱਡੇ ਨੇ ਪਰਮਾਤਮਾ ਪਰਮੇਸ਼ਰ, ਬੇਅੰਤ ਹੋ ਤੁਸੀਂ ਮਹਾਰਾਜ, ਤਾਂ ਨਮਸਕਾਰ। ਨਮਸਤੰ ਅਬਾਹੇ, ਤੁਸੀਂ ਫਿਰ ਵਾਹੇ ਹੁੰਦਾ ਰਹਿ, ਨਾਸ਼ ਤੋਂ ਵੀ ਰਹਿਤ ਹੋ, ਤਾਂ ਨਮਸਕਾਰ ਹੈ। ਨਮਸਤੰ ਤਿਰਵਰਗੇ, ਸੱਚੇ ਪਾਤਸ਼ਾਹ ਜੀ ਤੁਸੀਂ ਤਿੰਨਾਂ ਗੁਣਾਂ ਵਾਲੇ ਹੋ, ਤਾਂ ਤੁਹਾਨੂੰ ਨਮਸਕਾਰ ਹੈ। ਨਮਸਤੰ ਅਸਰਗੇ, ਨਮਸਕਾਰ ਹੈ ਤੁਸੀਂ ਉਤਪਤੀ ਤੋਂ ਰਹਿਤ ਹੋ। ਮਨੁੱਖਾਂ ਦੀ ਉਤਪਤੀ ਹੁੰਦੀ ਹੈ, ਜੂਨਾਂ ਦੀ ਉਤਪਤੀ ਹੁੰਦੀ ਹੈ, ਉਹ ਆਪ ਜੋਤ ਰੂਪ ਪ੍ਰਕਾਸ਼ ਰੂਪ ਹੀ ਹਨ। ਨਮਸਤੰ ਪਰਭੋਗੇ, ਨਮਸਕਾਰ ਹੈ ਵਿਸ਼ੇਸ਼, ਤੁਸੀਂ ਭੋਗਣ ਵਾਲੇ ਹੋ ਸਾਰਿਆਂ ਨੂੰ। ਵਾਸਤਵ ਵਿੱਚ ਭੋਗਦੇ ਨਹੀਂ, ਉਹ ਭੋਗਾਂ ਤੋਂ ਰਹਿਤ ਨੇ, ਜਿਵੇਂ ਕਹਿੰਦੇ ਭੋਗ ਹੀ ਪਾ ਦਿੰਦੇ, ਸਾਰਿਆਂ ਨੂੰ ਖਤਮ ਕਰਨ ਵਾਲੇ ਹਨ। ਵਿਸ਼ੇਸ਼ ਹੋ ਤੁਸੀਂ, ਨਮਸਕਾਰ ਹੈ। ਨਮਸਤੰ ਸੋ ਜੋਗੇ, ਨਮਸਕਾਰ ਹੈ ਸ੍ਰੇਸ਼ਟ ਜੋਗੀ ਹੋ। ਜੋਗੀ ਜਿੱਥੇ ਜੋਗੇ ਭਾਵ ਜੋਗੀ ਅਰਥ ਕਰਦੇ, ਇਹ ਨਹੀਂ ਕਿ ਜਿਹਦੇ ਗਲ ਵਿੱਚ ਝੋਲੀ ਪਾਈ ਹੈ, ਗੇਰੂ ਰੰਗੇ ਕੱਪੜੇ, ਭਗਵੇਂ ਪਾਏ ਕੱਪੜੇ ਪਰ ਜੋਗੀ ਨਹੀਂ। ਜੋਗੀ ਮਹਾਰਾਜ, ਜੋਗੀ ਹੋਰ ਕਿਸੇ ਨੂੰ ਕਹਿੰਦੇ ਨੇ, ਅਸੀਂ ਜੋਗੀ ਹੋਰ ਕਿਸੇ ਨੂੰ ਕਹਿੰਦੇ ਹਾਂ। ਪਾਤਸ਼ਾਹ ਜੁੜੇ ਹੋਏ ਨੂੰ ਜੋਗੀ ਕਹਿੰਦੇ ਨੇ। ਤੁਸੀਂ ਮਹਾਰਾਜ ਸ੍ਰੇਸ਼ਟ
जुड़न दे संयोगत हो। इस वास्ते तुहानूं नमस्कार। नमस्तं रंगे, तुसी रंगां तो रहत हो। इत्थे कोला, काला, गोरा, पीला, चिट्टा ਇਹ ਸਰੀਰ ਦੇ ਰੰਗ ਹੋ ਜਾਂਦੇ। ਫਿਰ ਜਾਂ ਵਸਤਰਾਂ ਆਦਿਕ ਦੇ ਰੰਗ, ਕੋਈ ਨੀਲੇ ਪਾਉਂਦਾ ਹੈ, ਕੋਈ ਚਿੱਟੇ ਸਫੈਦ ਪਾਉਂਦਾ ਹੈ, ਕੋਈ ਭਗਵੇਂ ਪਾਉਂਦਾ ਹੈ, ਕੋਈ ਕਾਲੇ ਪਾਉਂਦਾ। ਪਾਤਸ਼ਾਹ ਤੁਸੀਂ ਰੰਗਾਂ ਤੋਂ ਰਹਿਤ ਹੋ। ਨਮਸਤੰ ਅਭੰਗੇ, ਨਾਸ਼ ਤੋਂ ਰਹਿਤ ਹੈ, ਤੁਹਾਨੂੰ ਕੋਈ ਖਤਮ ਨਹੀਂ ਕਰ ਸਕਦਾ, ਨਾਸ਼ ਨਹੀਂ ਕਰ ਸਕਦਾ, ਤਾਂ ਨਮਸਕਾਰ। ਨਮਸਤੰ ਅਗੰਮੇ, ਨਮਸਕਾਰ ਹੈ ਤੁਸੀਂ ਬੁੱਧੀ ਦੀ ਪਹੁੰਚ ਤੋਂ ਪਰੇ ਹੋ। ਗੰਮੇ, ਗੰਮਤਾ ਹੁੰਦੀ ਪਹੁੰਚੀ, ਤੁਸੀਂ ਮਹਾਰਾਜ ਬੁੱਧੀ ਦੀ ਪਹੁੰਚ ਤੋਂ ਪਰੇ ਹੋ। ਜਿਹੜੀਆਂ ਕਰਮ ਇੰਦਰੀਆਂ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ। ਮਹਾਤਮ ਬੜਾ ਦੱਸਿਆ, ਅੱਖਾਂ ਨਾਲ, ਨੇਤਰਾਂ ਨਾਲ ਦਰਸ਼ਨ ਕਰਨੇ। ਜੇ ਕੋਈ ਕਦੇ ਮੈਂ ਦਰਸ਼ਨ ਕਰਕੇ ਪਾ ਲੂੰ, ਉਹ ਇੱਦਾਂ ਹੀ ਨਾ ਪ੍ਰਾਪਤੀ ਹੁੰਦੀ। ਉਹਦੀ ਅੱਖਾਂ ਦੀ ਪਹੁੰਚ ਤੋਂ ਪਰੇ ਨੇ, ਕੰਨਾਂ ਸੁਣ ਕਰਕੇ ਪਹੁੰਚ ਤੋਂ ਪਰੇ ਨੇ ਪ੍ਰਮਾਤਮਾ। ਜ਼ਬਾਨ ਦੇ ਬੋਲਣ ਦੀ ਜਿਹੜੀ ਉਹ ਸ਼ਕਤੀ, ਉਹਦੀ ਉਸ ਪਹੁੰਚ ਤੋਂ ਪਰੇ ਨੇ। ਪੈਰਾਂ ਨਾਲ ਚੱਲ ਕੇ ਤੀਰਥ ਯਾਤਰਾ ਕਰਨੀ, ਤਾਂ ਉਸ ਪਹੁੰਚ ਤੋਂ ਪਰੇ ਨੇ। ਹੱਥਾਂ ਨਾਲ ਸੇਵਾ ਕਰਨੀ, ਉਸ ਪਹੁੰਚ ਤੋਂ ਪਰੇ ਨੇ। ਅਗੰਮੇ ਹੋ ਤੁਸੀਂ ਮਹਾਰਾਜ, ਸਾਰੇ ਹੀ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ, ਤਾਂ ਨਮਸਕਾਰ ਹੈ ਪਰੇ ਤੋਂ ਪਰੇ ਹੀ। ਪਰ ਉਹ ਕਿਰਪਾ ਕਰ ਦੇਣ ਫਿਰ ਕੋਲ ਹੀ ਨੇ। ਨਮਸਤਸਤ ਰੰਮੇ, ਨਮਸਤਸਤ, ਇਹਦਾ ਧਿਆਨ ਦੇਣਾ, ਪਾਠ ਕਰਨਾ। ਨਮ ਸਤ ਸਤ ਕਈ ਕਰੀ ਜਾਂਦੇ। ਨਮਸਤਸਤ ਆੜਾ ਵਿੱਚ ਲੁਕਿਆ ਹੋਇਆ ਜਦੋਂ ਉਚਾਰਨ ਕਰਦੇ ਹਾਂ, ਅਰਥ ਉਹੀ ਨਮਸਕਾਰ ਹੀ ਹੈ। ਹੇ ਰੰਮੇ ਹੁੰਦਾ ਮਨੋਹਰ ਸੁੰਦਰ ਰੂਪ, ਤੁਹਾਨੂੰ ਨਮਸਕਾਰ। ਜਾਂ ਰੰਮੇ ਸਾਰਿਆਂ ਵਿੱਚ ਰਮੇ ਹੋਣ ਕਰਕੇ ਤੁਹਾਨੂੰ ਨਮਸਕਾਰ। ਨਮਸਤੰ ਜਲਾਸਰੇ, ਜਲਾਸਰੇ, ਨਮਸਕਾਰ ਹੈ ਵਾਹਿਗੁਰੂ ਪਰਮੇਸ਼ਰ, ਤੁਸੀਂ ਨਾਮ ਰੂਪੀ ਜਲ ਦੇ ਆਸਰੇ ਹੋ। ਇਸ ਕਰਕੇ ਜਾਂ ਆਸਰੇ ਰੂਪ ਹੁੰਦਾ, ਜਲ ਆਸਰੇ, ਬਹੁਤ ਸੁੰਦਰ ਰੂਪ ਹੋ। ਨਮਸਤੰ ਨਿਰਾਸਰੇ, ਨਮਸਕਾਰ ਹੈ ਆਸਰੇ ਤੋਂ ਰਹਿ ਤੋਂ ਨਿਰ ਆਸਰੇ ਹੋ, ਤੁਸੀਂ ਕਿਸੇ ਦੇ ਆਸਰੇ ਨਹੀਂ। ਨਮਸਤੰ ਅਜਾਤੇ, ਤੁਸੀਂ ਜਾਤ ਤੋਂ ਰਹਿ ਤੋਂ, ਤੁਹਾਡੀ ਕੋਈ ਜਾਤ ਨਹੀਂ ਹੈ, ਤਾਂ ਕਰਕੇ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ। ਪਾਤਸ਼ਾਹ ਜੀ ਅੱਗੇ ਕਹਿੰਦੇ ਨਮਸਤੰ ਅਪਾਤੇ, ਪੰਤੀ ਹੁੰਦੀ ਹੈ ਜਿਹੜੀ ਇੱਕ ਜਾਤ ਹੁੰਦੀ ਹੈ। ਇਹ ਜੱਟ ਹੈ, ਇਹ ਚਮਾਰ ਆ, ਇਹ ਨਾਈ ਆ, ਇਹ ਹੋਰ ਆ, ਹੋਰ ਆ। ਉਹਨਾਂ ਵਿੱਚ ਅੱਗੇ ਜਾਤਾਂ ਵਿੱਚ ਜਾ ਕੇ ਗੋਤ ਆ ਜਾਂਦੇ ਨੇ, ਉਹਨੂੰ ਪਾਤ ਕਹਿੰਦੇ ਨੇ, ਪੰਤੀ ਵੀ ਕਹਿੰਦੇ ਨੇ, ਪਾਠ ਕਹਿੰਦੇ ਨੇ। ਜਾਤ ਪਾਤ ਤੋਂ ਰਹਿਤ ਹੋਣਾ, ਜਾਤ ਔਰ ਪਾਤ ਗੋਤ ਤੋਂ ਰਹਿਤ ਹੀ ਹੁੰਦਾ ਮਨੁੱਖ ਜਿਹੜਾ ਗੁਰਸਿੱਖ ਹੈ। ਤੇ ਪ੍ਰਮਾਤਮਾ ਤਾਂ ਖਾਸ ਕਰਕੇ ਜਾਤ ਤੋਂ ਰਹਿਤ ਨੇ ਅਤੇ ਪਾਠ ਗੋਤ ਤੋਂ ਰਹਿਤ ਨੇ, ਤਾਂ ਅਸੀਂ ਤੁਹਾਨੂੰ ਨਮਸਕਾਰ ਹੈ ਮਹਾਰਾਜ। ਮੱਥਾ ਟੇਕਦੇ ਹਾਂ, ਸਤਿਗੁਰੂ ਕਿਰਪਾ ਆਪ ਜੀ ਕਰਦੇ ਹੋ। ਨਮਸਤੰ ਮਜਬੇ, ਮਜਬ ਤੋਂ ਰਹਿਤ ਨੇ ਪਾਤਸ਼ਾਹ ਜੀ। ਕਿੰਨੇ ਮਜਬ ਨੇ ਸੰਸਾਰ ਤੇ ਗੁਰੂ ਗ੍ਰੰਥ ਸਾਹਿਬ ਦਾ ਹੈ ਮਜਬ ਕੋਈ, ਵਾਹਿਗੁਰੂ ਪਰਮੇਸ਼ਰ ਦਾ ਮਜਬ ਹੈ ਕੋਈ? ਇਹ ਤੋਂ ਤਾਂ ਏਕ ਜੋਤ ਰੂਪ ਹਨ ਵਾਹਿਗੁਰੂ ਪਰਮੇਸ਼ਰ। ਮਜਬਾਂ ਤੋਂ ਰਹਿਤ ਨੇ ਵਾਹਿਗੁਰੂ, ਤਾਂ ਨਮਸਕਾਰ। ਨਮਸਤਸਤ ਅਜਬੇ, ਆਸ਼ਚਰਜ ਰੂਪ ਹੋ ਮਹਾਰਾਜ ਤੁਸੀਂ, ਤਾਂ ਨਮਸਤਸਤ ਅਜਬੇ, ਤਾਂ ਕਰਕੇ ਤੁਹਾਨੂੰ ਨਮਸਕਾਰ ਹੈ ਮਹਾਰਾਜ। ਅਦੇਸੰ ਅਦੇਸੇ, ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦੇ ਨੇ ਕਿ ਨਮਸਕਾਰ ਤੁਸੀਂ ਦੇਸ਼ ਤੋਂ ਰਹਿਤ ਹੋ। ਅਦੇਸੰ, ਇਹ ਵੇਖੋ ਆਦੇਸ਼ ਤੇ ਦੋਨੇ ਆਦੇਸ਼, ਅਦੇਸੇ, ਅਦੇਸੰ ਅਦੇਸੇ, ਅਦੇਸੰ ਦੇਸ਼ ਤੋਂ ਰਹਿਤ, ਅਦੇਸੇ ਨਮਸਕਾਰ ਹੈ। ਤੁਸੀਂ ਦੇਸ਼ ਤੋਂ ਰਹਿਤ ਹੋਣ ਕਰਕੇ ਤੁਹਾਨੂੰ ਨਮਸਕਾਰ ਜੀ। ਨਮਸਤੰ ਨਿਰਪੇਸ, ਨਮਸਤੰ ਅਪੇਸੇ, ਤੁਸੀਂ ਭੇਸ਼ਾਂ ਤੋਂ ਵੀ ਰਹਿਤ ਹੋ, ਤੁਹਾਡਾ ਕੋਈ ਭੇਖ ਨਹੀਂ ਹੈ ਮਹਾਰਾਜ, ਇੰਨੀ ਕਿਰਪਾ ਕਰਦੇ ਹੋ। ਨਮਸਤੰ ਨਿਰਧਾਮੇ, ਨਮਸਕਾਰ ਹੈ, ਧਾਮੇ ਹੁੰਦਾ ਘਰ, ਤੁਸੀਂ ਵਾਹਿਗੁਰੂ ਪਰਮੇਸ਼ਰ ਜੀ ਤੁਹਾਡਾ ਕੋਈ ਘਰ ਵੀ ਨਹੀਂ ਹੈ, ਤੁਸੀਂ ਸੱਚੇ ਪਾਤਸ਼ਾਹ ਜੀ ਘਰ ਤੋਂ ਰਹਿਤ ਹੋ। ਨਮਸਤੰ ਨਿਰਬਾਮੇ, ਬਾਮ ਇਸਤਰੀ ਦਾ ਅਰਥ ਕੀਤਾ ਰੱਬ ਦੇ ਪਿਆਰਿਆਂ ਨੇ। ਤੁਸੀਂ ਨਮਸਕਾਰ ਇਸਤਰੀ ਤੋਂ ਰਹਿਤ ਹੋ, ਇਕੱਲੇ ਹੀ ਹੋ ਤੁਸੀਂ ਮਹਾਰਾਜ।
ਤਾਂ ਕਰਕੇ ਤੁਹਾਨੂੰ ਨਮਸਕਾਰ। ਨਮੋ ਸਰਬ ਕਾਲੇ, ਨਮੋ ਸਰਬ ਕਾਲੇ। ਫੁੱਲਾ ਨਹੀਂ, ਕਾਲੇ ਨਹੀਂ ਬੋਲਣਾ, ਕਾਲੇ। ਕਾਲੇ ਤਾਂ ਹੁੰਦਾ ਕਾਲਾ ਰੰਗ, ਇਹ ਕਾਲੇ ਨੇ, ਇੰਨੇ ਬੰਦੇ ਕਾਲੇ ਨੇ। ਕਾਲੇ ਜ਼ੋਰ ਨਾ ਬੋਲੀਏ। ਨਮੋ ਸਰਬ ਕਾਲੇ। ਉਹ ਸ਼ਬਦਾਂ ਦੇ ਕਾਲ ਰੂਪ ਹੋ ਤੁਸੀਂ, ਸਭਨਾਂ ਨੂੰ ਖਤਮ ਕਰਨ ਵਾਲੇ ਹੋ, ਸਭਨਾਂ ਦੀ ਲਹਿਤਾ ਕਰਨ ਵਾਲੇ ਹੋ ਤੁਸੀਂ। ਨਮਸਕਾਰ ਹੈ। ਨਮੋ ਸਰਬ ਦਿਆਲੇ। ਨਮਸਕਾਰ ਹੈ ਜੀ, ਉਹ ਸਭ ਦੇ ਉੱਤੇ ਦਇਆ ਕਰਦੇ ਹੋ, ਦयावान हो, दया दे कर हो तुसी। तुमरी शरण तुम्हारी आसा, तुम ही सज्जन सहेले, राखो राखणहार दयाला, नानक करके गोले। सारियां ते तुसीं दया करन वाले हो, मेहरां करदे हो, बख्शिशां करदे हो, तां करके नमो दा नमस्कार। नमो सर्ब रूपे। तुसीं सारियां दे सर्ब रूप हो, जिहड़ा मर्जी रूप धारण कर लैंदे। उन्हां दी मौज आ, कल सुनाया सी ना, पंडित शब्द ਦੀ ਵਿਚਾਰ ਸੁਣਾਈ ਸੀ। ਉਹ ਸਾਰੇ ਰੂਪ ਵੀ ਧਾਰਨ ਕਰ ਲੈਂਦੇ ਨੇ। ਉਹਨਾਂ ਰੂਪੇ ਵੀ ਹਨ, ਰੂਪ ਵੀ ਕੋਈ ਨਹੀਂ, ਪਰ ਜਦੋਂ ਮੌਜ ਆ ਵਿੱਚ ਆ ਜਾਣ ਰੂਪ ਵੀ ਧਾਰਨ ਕਰ ਲੈਂਦੇ ਨੇ। ਜਾਂ ਸਾਰਿਆਂ ਨੂੰ ਰੂਪ ਦੇਣ ਵਾਲੇ ਹੋ ਤੁਸੀਂ, ਕਿਉਂਕਿ ਬਹੁਤੀ ਬਾਣੀ ਪੜ੍ਹਨ, ਚੌਪਈ ਸਾਹਿਬ ਦੇ ਪਾਠ ਕਰੋ, ਇਹਨਾਂ ਤਪ ਤੇ ਚਿਹਰੇ ਦਾ ਹੋ ਜਾਂਦਾ, ਦੇਖ ਕੇ ਬੰਦਾ ਨੀਵੀਂ ਪਾ ਲੈਂਦਾ ਸਾਹਮਣੇ ਆ ਕੇ ਗੁਰਮੁਖਾਂ ਨੂੰ। ਸਰਬ ਰੂਪ ਨੇ, ਉਹਦੇ ਨਾਲ ਰੂਪ ਬਹੁਤ ਚੜ੍ਹ ਜਾਂਦਾ ਬੰਦੇ ਨੂੰ। ਬਾਣੀ ਜਿੰਨੀ ਪੜ੍ਹੇਗਾ ਜ਼ਿਆਦਾ ਵੀਰ ਰਸ ਆਏਗਾ, ਜ਼ਿਆਦਾ ਕਿਰਪਾ ਵਰਤੇ ਦੇਖਣ ਵਾਲਾ, ਉੱਦਾਂ ਹੀ ਨੀਵੀਂ ਪਾ ਲੈਂਦਾ ਸਾਹਮਣੇ ਆ। ਸਰਬ ਰੂਪ ਹੋ। ਨਮਸਕਾਰ। ਨਮੋ ਸਰਬ ਭੂਪੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਕਿਰਪਾ ਬਖਸ਼ਿਸ਼ ਕਰਦੇ ਨੇ। ਭੂਪ ਹੁੰਦਾ ਰਾਜਾ। ਮਹਾਰਾਜ ਤੁਸੀਂ ਸਾਰਿਆਂ ਦੇ ਰਾਜੇ ਰੂਪ ਹੋ, ਸਾਰਿਆਂ ਦੇ ਮਾਲਕ ਹੋ ਤੁਸੀਂ, ਤਾਂ ਕਰਕੇ ਤੁਹਾਨੂੰ ਨਮਸਕਾਰ ਹੈ ਜੀ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨਮੋ ਸਰਬ ਖਾਪੇ। ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ, ਖਪਾਉਣ ਵਾਲੇ ਹੋ, ਖਪਾ ਦਿੰਦੇ ਨੇ, ਕਿੰਨੀਆਂ ਕਿੰਨੀਆਂ ਫੌਜਾਂ ਨੂੰ ਖਪਾ ਦਿੰਦੇ ਨੇ, ਪਤਾ ਲੱਗਦਾ ਇੱਥੇ। ਪਰ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਨਮੋ ਸਰਬ ਥਾਪੇ। ਸਾਰਿਆਂ ਨੂੰ ਥਾਪੇ, ਸਭਾ ਵਿੱਚ ਬੁਲਾ ਕੇ ਥਾਪ ਦਿੰਦੇ ਨੇ, ਉਹਨਾਂ ਨੂੰ ਅਹੁਦੇ ਦੇ ਦਿੰਦੇ ਨੇ। ਤੂੰ ਬ੍ਰਹਮ ਗਿਆਨੀ ਹੈ, ਤੂੰ ਸੰਤ ਹੈ, ਤੂੰ ਸਾਧੂ ਹੈ, ਤੂੰ ਮਹਾਂਪੁਰਖ ਹੈ, ਤੂੰ ਗੁਰਸਿੱਖ ਹੈ, ਸਾਰਾ ਕੁਛ ਬਣਾ ਕੇ ਦਿੰਦੇ। ਆਹ ਕੰਮ ਤੂੰ ਕਰਨਾ, ਆਹ ਕੰਮ ਤੂੰ ਕਰਨਾ, ਸਭਾ 'ਚ ਬੁਲਾ ਕੇ ਫਿਰ ਥਾਪਨਾ ਦੇ ਦਿੰਦੇ ਨੇ, ਥਾਪ ਦਿੰਦੇ ਨੇ। ਨਮੋ ਸਰਬ ਕਾਲੇ। ਉਹ ਫਿਰ ਸਾਰਿਆਂ ਦੇ ਵਾਹਿਗੁਰੂ ਪਰਮੇਸ਼ਰ ਦੀ ਕਾਲ ਰੂਪ ਹਨ। ਨਮੋ ਸਰਬ ਪਾਲੇ। ਤੇ ਸਾਰਿਆਂ ਦੀ ਪਾਲਣਾ ਕਰਦੇ ਆ ਫਿਰ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰਦੇ, ਸਭ ਦੀ ਪਾਲਣਾ ਵੀ ਕਰਦੇ ਆ। ਔਖੀ ਘੜੀ ਨਾ ਦੇਖਦੇ ਹੀ ਆਪਣਾ ਬਿਰਤ ਸੰਭਾਲੇ, ਹਾਰ ਦੇ ਰੱਖ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ, ਸਵਾਸ ਸਵਾਸ ਕਰਕੇ ਪ੍ਰਿਤ ਪਾਲਣਾ ਕਰਦੇ ਨੇ। ਤੁਮ ਦਾਤੇ ਠਾਕੁਰ ਪ੍ਰਿਤ ਪਾਲਕ, ਨਾਇਕ ਖਸਮ ਹਮਾਰੇ। ਤੁਸੀਂ ਸਾਡੇ ਦਾਤੇ ਹੋ, ਸਾਨੂੰ ਦਾਤਾਂ ਦੇਣ ਵਾਲੇ ਹੋ। ਤੁਮ ਦਾਤੇ ਠਾਕੁਰ, ਠਾਕੁਰ ਵੱਡੇ ਮਾਲਕ ਪਰਮਾਤਮਾ ਪਰਮੇਸ਼ਰ ਰੂਪ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ, ਨਾਇਕ ਹੁੰਦਾ ਆਗੂ, ਤੁਸੀਂ ਆਗੂ ਰੂਪ ਵੀ ਹੋ। ਨਾਇਕ ਖਸਮ ਵਾਲੇ, ਖਸਮ ਸਾਡੇ ਮਾਲਕ ਹੋ ਤੁਸੀਂ ਮਹਾਰਾਜ। ਇਸ ਕਰਕੇ ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹੋ, ਸਾਰਿਆਂ 'ਤੇ ਰਹਿਮਤਾਂ ਕਰਦੇ ਹੋ, ਸਾਰਿਆਂ 'ਤੇ ਬਖਸ਼ਿਸ਼ ਕਰਦੇ ਹੋ। ਸੋ ਅੱਜ 20 ਨੰਬਰ ਪੌੜੀ ਤੱਕ ਆਪਾਂ ਨੇ ਵਿਚਾਰ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਆਪਣੀਆਂ ਬਖਸ਼ੀਆਂ ਸੇਵਾਵਾਂ ਸਤਿਗੁਰੂ ਲੈਂਦੇ ਰਹਿਣ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੀਏ, ਮਹਾਰਾਜ ਦਇਆ ਕਰੋ, ਕਿਰਪਾ ਕਰੋ। ਆਪ ਜੀ ਸੰਗਤ ਨੂੰ ਆਪ ਜੀ ਦੀ ਪਾਵਨ ਬਾਣੀ ਤਾਂ ਕਰਦੇ ਆ ਕਿ ਲੋਕ ਸ਼ੰਕਾ ਕਰਦੇ ਆ ਪਾਤਸ਼ਾਹ ਜੀ ਆਪ ਜੀ ਦੀ ਬਾਣੀ 'ਤੇ, ਜਾਪ ਸਾਹਿਬ 'ਤੇ ਸ਼ੰਕਾ ਕਰਦੇ ਆ। ਅਸੀਂ ਪ੍ਰਚਾਰ ਕਰਦੇ ਹਾਂ, ਵਡਿਆਈ ਕਰਦੇ ਹਾਂ ਆਪ ਜੀ ਦੀ, ਹਰੇਕ ਨੂੰ ਦੱਸਦੇ ਹਾਂ ਕਿ ਜਾਪ ਸਾਹਿਬ ਬਹੁਤ ਮਹਾਨ ਗੁਰੂ ਕੀ ਰਚਨਾ, ਗੁਰੂ ਕੀ ਬਖਸ਼ਿਸ਼ ਹੈ। ਪਾਤਸ਼ਾਹ ਕਲਗੀਧਰ ਜੀਓ, ਤੁਸੀਂ ਸਾਡੇ ਗਰੀਬਾਂ 'ਤੇ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਬਾਣੀ ਦੀ ਵਿਚਾਰ ਕਰਨ ਦੀ ਦਾਤ ਬਖਸ਼ਿਸ਼ ਕਰਨੀ। ਸਾਧ ਸੰਗਤ ਬੇਅੰਤ ਭੁੱਲਾਂ ਹੁੰਦੀਆਂ, ਬਾਣੀ ਅਗਮ ਅਗਾਧ ਬੋਧ ਹੈ। ਅਸੀਂ ਸਦਾ ਹੀ ਨਿਸ਼ਚਾ ਬਣਾ ਕੇ ਰੱਖਣਾ ਕਲਗੀਧਰ 'ਤੇ, ਦਸਮ ਗ੍ਰੰਥ 'ਤੇ, ਪ੍ਰਾਤਮ ਰਜਾਦਾਮਾਂ 'ਤੇ, ਮਹਾਂਪੁਰਖਾਂ 'ਤੇ, ਸਾਰਾ ਇਹ ਨਿਸ਼ਚਾ ਭਾਵਨਾ ਬਣਾ ਕੇ ਰੱਖਣੀ ਆ। ਫਿਰ ਗੁਰੂ ਕਿਰਪਾ ਕਰੇਗਾ। ਜਿਹੜੇ ਨਿੰਦਕ ਨੇ, ਨਿੰਦਿਆ ਈਰਖਾ ਕਰਨ ਵਾਲੇ ਨੇ, ਉਹਨਾਂ ਦਾ ਬੋਲ ਇੱਕ ਵੀ ਅਸੀਂ ਕੰਨਾਂ 'ਚ ਨਹੀਂ ਪੈਣ ਦੇਣਾ। ਬੁਰੇ ਬੰਦੇ ਦਾ ਬੋਲ ਹੈ, ਬੰਦਾ ਹੀ ਨੁਕਸਾਨ ਕਰ ਦਿੰਦਾ।
बहुत जिवें कोई एक चोर सी चोरी करदा जन्म साखी गुरु नानक साहिब जी ਉਹਦੇ ਵਿੱਚ ਸਾਖੀ आई चोरी करदा ਸੀ चोर ਤੇ ਉਹਦਾ ਪਿਤਾ ਚੜ੍ਹਾਈ ਕਰ ਗਿਆ थोड़ा जवान होया माता ने उपदेश दिता पुत तू भी हुण काम करिया कर की करा चोरी करिया कर तेरा पिता करदा सी वो कहंदा अच्छा चोरी करा कहंदे हाँ उन्हें सिक्ख्या दित्ती मां ने कि पुत्र देख जिथे चोरी करन जाना जे फड़िया जावे रंगे हत्थी फड़िया जावे मनना नहीं ते एक मेरी गल होर सुन किसी मंदिर मसीत धर्मशाला गुरु घर दे अगे दी नहीं लंघना भावें वल पा के जाना पवे अगे दी नहीं लंघना ये माता ने सिक्ख्या दित्ती एक दिन चोर चोरी करके आया बच्चा ਉਹਦੇ मगर लग गए सिपाही भज्या शहर विच दी आ गया कि लंघ जा छेती भाई माता ने कहा सी क्योंकि समा मगर पुलिस लगी हुई सी फौज लगी हुई सी लंघण लगा एक मंदिर विच ते सामने दी लंघण लगा उत्थे कथा हुंदी है कि ਜਿਹੜੀਆਂ ਦਿਬਰੂਹਾਂ ਹੁੰਦੀਆਂ ਉਹਨਾਂ ਦੀ ਸ਼ਾਨ ਨਹੀਂ ਹੁੰਦੀ ਪਰਛਾਵਾਂ ਨਹੀਂ ਹੁੰਦਾ ਇਹਨੇ ਨੂੰ ਜਦੋਂ ਉੱਥੇ ਲੰਘਣ ਲੱਗਾ ਉਹਨੇ ਕਿਹਾ ਮਾਂ ਨੇ ਕਿਹਾ ਸੀ ਵੀ ਇਹ ਮੰਦਰ ਵਿੱਚੋਂ ਆਵਾਜ਼ ਆਵੇ ਗੱਦੇ ਵਿੱਚੋਂ ਆਵਾਜ਼ ਆਵੇ ਕਿਸੇ ਧਰਮਸ਼ਾਲਾ ਵਿੱਚੋਂ ਆਵਾਜ਼ ਆਵੇ ਕੰਨਾਂ 'ਚ ਉਂਗਲਾਂ ਦੇ ਲੈਣੀਆਂ ਜਿਸ ਅੱਬਲ ਤਾਂ ਲੰਘਣਾ ਨਹੀਂ ਸਾਹਮਣੇ ਦੀ ਲੰਘਣਾ ਵੀ ਪਵੇ ਤੇ ਕੰਨਾਂ ਵਿੱਚ ਉਂਗਲਾਂ ਦੇਣੀਆਂ ਭਾਵ ਸੁਣਨਾ ਨਹੀਂ ਉਹ ਦੇਖਿਆ ਕਿ ਮੰਦਰ ਆ ਸਾਹਮਣੇ ਕਥਾ ਹੋ ਰਹੀ ਉਹਨੇ ਕੰਨਾਂ ਵਿੱਚ ਉਂਗਲਾਂ ਦੇ ਕੇ ਦੌੜ ਪਿਆ नेत नाल क्योंकि जो बख्शिश सतगुरु करते वो धक्के नाल ही किरपा कर देंगे जिते करनी होंदी है लंघण लगा मंदिर सामने उहदे पैर विच कंडा लगा एक हथ कन्न विचों कढ़िया क्योंकि तुर नहीं हुंदा पिछे सिपाही राजे दे वजीर आ रहे ने हलकार आए ने फड़िया जाऊँ कुट्टणगे बहुत मैनूं सजावां देणगे मार पवेगी एक कन्न विचों हथ कढ़ के जद पैर विचों कंडा कढ़ण लगा उधर नूं कथा आ गई मंदिर च कि ਜਿਹੜੀਆਂ ਦਿਬਰੂਹਾਂ ਹੁੰਦੀਆਂ ਉਹਨਾਂ ਦੀ ਸ਼ਾਨ ਨਹੀਂ ਹੁੰਦੀ ਪਰਛਾਵਾਂ ਨਹੀਂ ਹੁੰਦਾ ਇਹ ਉਹਦੇ ਅੰਦਰ ਚਲਿਆ ਗਈ ਗੱਲ ਸਜ਼ਾ ਹੋ ਗਈ ਅੰਦਰ ਚਲਿਆ ਗਿਆ ਉਹਨੂੰ ਬਹੁਤ ਕੁੱਟਿਆ ਮਾਰਿਆ ਗਿਆ ਤੂੰ ਚੋਰੀ ਕੀਤੀ ਕਹਿੰਦਾ ਨਾ ਤੇ ਨਾ ਹੀ ਮੰਨਿਆ ਤੇ ਰਾਜੇ ਨੇ ਉਹ ਮੋਮੋ ਠਗੜੀਆਂ ਇਹ ਲਿਖਿਆ ਸ਼ਬਦ ਉੱਥੇ ਇਹ ਬਹੁਤ ਚੁਸਤ ਚਲਾਕ ਜਨਾਨੀਆਂ ਹੁੰਦੀਆਂ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਅਸੀਂ ਝੱਟ ਬਣਾ ਲੈਂਦੇ ਹਾਂ ਉਹ ਆ ਗਈਆਂ ਜੇਲ੍ਹ ਵਿੱਚ ਦੋ ਬੜੇ ਸੁੰਦਰ ਦੇਵੀਆਂ ਵਰਗੇ ਕੱਪੜੇ ਪਾ ਕੇ रात नूं 2 वजे आ कहनियां वेख बेटा असीं दरगाह विचों आईआं साडी ड्यूटी लाई परमात्मा ने असीं देवियां दोने सानूं सच सच दस भी चोरी कीती है ते जे तूं सच सानूं दस देंगा तैनूं हुण छडा देंगे असीं राजे नूं कह देंगे जाके सानूं परमात्मा ने भेजिआ तुहाडी मदद करन वास्ते तूं दस बई असीं देवियां हां तूं दस सच सच दस उधर एक पासे दीवा जगदा लालटन जगदी है ਉਹਨਾਂ ਦਾ ਪਰਛਾਵਾਂ ਪੈ ਰਿਹਾ ਥੱਲੇ ਦੇਖਿਆ ਕਿ ਮੰਦਰ ਵਿੱਚ ਕਥਾ ਹੁੰਦੀ ਸੀ ਕਿ ਦਿਵ ਰੂਹਾਂ ਦਾ ਦੇਵੀਆਂ ਦੇਵਤਿਆਂ ਦੀ ਸ਼ਾਨ ਨਹੀਂ ਹੁੰਦੀ ਇਹ ਤਾਂ ਮੇਰੇ ਨਾਲ ਛਲ ਹੋ ਰਿਹਾ ਉੱਥੇ ਲਿਖਿਆ ਜਨਮ ਸਾਖੀ ਵਿੱਚ ਉਹ ਬੱਚਾ ਕਹਿਣ ਲੱਗਾ ਮੇਰੇ ਨਾਲ ਛਲ ਹੋ ਰਿਹਾ ਉਹਨੇ ਝਾਟੀ ਪੈਂਤਰਾ ਬਦਲਿਆ ਕਹਿੰਦੇ ਮਾਤਾ ਜੀਓ ਅਸੀਂ ਸੱਚ ਦੱਸਦੇ ਹਾਂ ਤੁਸੀਂ ਤੁਹਾਡੇ ਕੋਲੇ ਥੋੜ੍ਹਾ ਝੂਠ ਬੋਲਣਾ ਸੀ ਤੁਸੀਂ ਤਾਂ ਦੇਵੀਆਂ ਅਸੀਂ ਚੋਰੀ ਨਹੀਂ ਕੀਤੀ ਉੱਥੇ ਝੂਠ ਬੋਲਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਦੇਵੀਆਂ ਨਹੀਂ ਇਹਨਾਂ ਦਾ ਪਰਛਾਵਾਂ ਹੈ ਮੰਦਿਰੋਂ ਵਿੱਚੋਂ ਕਥਾ ਵਿੱਚ ਆ ਰਿਹਾ ਸੀ ਕਿ ਪਰਛਾਵਾਂ ਨਹੀਂ ਹੁੰਦਾ ਪਰਛਾਈ ਨਹੀਂ ਹੁੰਦੀ ਦੇਵੀ ਦੀ ਉਹਨੇ ਕਿਹਾ ਮੇਰੇ ਨਾਲ ਛਾਲ ਹੈ ਉਹ ਜਾ ਕੇ ਰਾਜੇ ਨੂੰ ਉਹਨਾਂ ਨੇ ਕਹਿ ਦਿੱਤਾ ਜਾਓ ਅਸੀਂ ਦੇਵੀਆਂ ਬਣ ਕੇ ਗਈਆਂ ਸਾਂ ਉਹਨੇ ਨਹੀਂ ਚੋਰੀ ਕੀਤੀ ਛੱਡ ਦਿਓ ਉਹਨੂੰ ਰਾਜੇ ਨੇ ਉਹਨਾਂ ਨੂੰ ਛੱਡ ਦਿੱਤਾ ਘਰੇ ਆਇਆ ਛੁੱਟ ਕੇ ਮਾਂ ਨੂੰ ਦੱਸਿਆ ਤੇ ਮਾਂ ਕਹਿੰਦੀ ਹੁਣ ਫਿਰ ਚੱਲ ਤੂੰ ਬਚ ਗਿਆ ਵਧੀਆ ਹੋਇਆ ਉਹਨੇ ਮਾਂ ਨੂੰ ਬਚਨ ਕੀਤਾ ਕਿ ਮਾਂ ਤੂੰ ਜਿਹੜੀ ਸਾਰੀ ਜ਼ਿੰਦਗੀ ਮੈਨੂੰ ਸਿੱਖਿਆ ਦਿੱਤੀ ਸੀ ਚੋਰੀ ਕਰਨ ਦੀ ਤੇਰੀ ਸਿੱਖਿਆ 'ਤੇ ਅਮਲ ਕਰਕੇ ਮੈਂ ਚੋਰ ਬਣ ਗਿਆ ਮੈਂ ਫਾਹੇ ਲੱਗ ਜਾਣਾ ਸੀ ਫਾਂਸੀ ਲੱਗ ਜਾਣਾ ਸੀ ਤੂੰ ਕਹਿੰਦੀ ਮੰਦਰ ਦੇ ਮੂਹਰ ਦੀ ਲੰਘਣਾ ਇੱਕ ਸ਼ਬਦ ਵੀ ਕੰਨਾਂ ਵਿੱਚ ਨਹੀਂ ਪੈਣ ਦੇਣਾ ਭਾਵੇਂ ਕੰਡਾ ਵੱਜ ਕੇ ਮੇਰੇ ਕੰਨਾਂ ਵਿੱਚ ਇੱਕ ਸ਼ਬਦ ਪੈ ਗਿਆ ਅੰਦਰ ਚਲਿਆ ਗਿਆ ਉਹ ਸ਼ਬਦ ਨੇ ਮੈਨੂੰ ਤਾਰ ਦਿੱਤਾ ਮੈਨੂੰ ਮੌਤ ਤੋਂ ਬਚਾ ਲਿਆ ਫਾਂਸੀ ਦੇ ਫੰਦੇ ਤੋਂ ਮੈਨੂੰ ਥੱਲੇ ਲਾ ਲਿਆ ਉਸ ਮੰਦਰ ਦੀ ਇੱਕ ਆਵਾਜ਼ ਨੇ ਆਖੋ ਸ਼੍ਰੀ ਵਾਹਿਗੁਰੂ ਕਥਾ ਮੈਂ ਨਾ ਸੁਣਦਾ ਤੇ ਮੈਨੂੰ ਪਤਾ ਨਹੀਂ ਲੱਗਣਾ ਮੈਂ ਛੜਿਆ ਜਾਣਾ ਸੀ ਮੈਂ ਕਹਿ ਦੇਣਾ ਸੀ ਕਿ ਮੈਂ ਚੋਰੀ ਕੀਤੀ ਮੈਂ ਕਹਿ ਦਿੰਦਾ ਮੈਨੂੰ ਫਾਂਸੀ ਲੱਗ ਜਾਣੀ ਸੀ ਇਸ ਕਰਕੇ ਤੇਰੀ ਸਾਰੀ ਉਮਰ ਦੀ ਸਿੱਖਿਆ ਨੇ ਮੈਨੂੰ ਫਾਂਸੀ ਦੇ ਫੰਦੇ 'ਤੇ ਪਹੁੰਚਾ ਦਿੱਤਾ ਸੀ
और एक शब्द मंदिर विचों आवाज़ आई, कथा पंडित जी करते सी, मेरे कन्नां विच पई। वो एक शब्द ने किनका एक जिस जी वसावै तां कि महिमा गिण ना आवे, एवें नहीं कहा। एक शब्द ने मैनू मौत तो बचा लिया। मां बस अज तो तेरा रास्ता होर, मेरा होर, मैं तो हुण मंदिर विच सेवा करांगा, नाम जपांगा, सिमरन करांगा। अज वो सानू कथा हुण किन्ना समा होया सुणन नूं मिली है। ये करवाउंदे महाराज आप सच्चे पातशाह जी ने। एक एक शब्द साडे कंनां विच पै रिहा, साडे ते इहदे नाल किरपा होएगी, साडे ते इस कथा नाल रहमत होएगी। ताइयों कहा सब ते ऊतम हर की कथा, नाम सुनत दर्द दुख लथा। अज दी इन्नी सेवा प्रवान करनी 20 पौड़ियां दी विचार अज हुई है। गुरु किरपा करे, प्रेम सहित फतेह गजाइए। वाहिगुरु जी का खालसा, वाहिगुरु जी की फतेह।